आज़ादी का अमृत महोत्सव ਨੂੰ समर्पित आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਊਧਮ ਸਿੰਘ ਅਤੇ ਸੁਤੰਤਰਤਾ ਸੈਨਾਨੀ ਬਰਗੁੱਲਾ ਰਾਮਕ੍ਰਿਸ਼ਨ ਰਾਓ ਬਾਰੇ ਜਾਣਕਾਰੀ ਦੇ ਰਹੇ ਹਾਂ। 13 ਮਾਰਚ 1940 ਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਸੀ। ਅੰਗਰੇਜ਼ਾਂ ਨੇ ਜਦ ਪੂਰੇ ਦੇਸ਼ ਨੂੰ ਹੈਰਾਨ ਕਰ ਦੇਣ ਵਾਲੇ ਜਲਿਆਂਵਾਲਾ ਕਤਲੇਆਮ ਨੂੰ ਅੰਜਾਮ ਦਿੱਤਾ, ਉਸ ਵੇਲੇ ਮਾਈਕਲ ਉਡਵਾਇਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਨ। ਜਲਿਆਂਵਾਲਾ ਕਤਲੇਆਮ ਦੇ ਸਮੇਂ ਊਧਮ ਸਿੰਘ ਸਿਰਫ 19 ਸਾਲਾਂ ਦੇ ਸਨ। ਉਹਨਾਂ ਨੇ ਕਤਲੇਆਮ ਦੇ ਪੀੜਤਾਂ ਲਈ ਰਾਹਤ ਕੰਮਾਂ 'ਚ ਮਦਦ ਕੀਤੀ। ਇਸ ਵਹਿਸ਼ੀ ਘਟਨਾ ਨੇ ਊਧਮ ਸਿੰਘ ਦੇ ਜਵਾਨ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਹਨਾਂ ਨੇ ਠਾਣ ਲਿਆ ਕਿ ਉਹ ਮਾਈਕਲ ਉਡਵਾਇਰ ਤੋਂ ਇਸ ਵਹਿਸ਼ੀ ਘਟਨਾ ਦਾ ਬਦਲਾ ਲੈਣਗੇ। ਉਹਨਾਂ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ। ਉਹ ਹੋਰ ਭਾਰਤੀ ਕ੍ਰਾਂਤੀਕਾਰੀਆਂ ਵਿੱਚ ਸ਼ਾਮਿਲ ਹੋ ਗਏ ਤੇ ਕਈ ਦੇਸ਼ਾਂ ਦਾ ਦੌਰਾ ਕੀਤਾ ਤੇ ਅੰਤ ਵਿੱਚ ਲੰਦਨ ਗਏ। ਉਹਨਾਂ ਨੇ ਸ਼ੇਰ ਸਿੰਘ ਅਤੇ ਰਾਮ ਮੁਹੰਮਦ ਸਿੰਘ ਆਜ਼ਾਦ ਸਣੇ ਕਈ ਉਪਨਾਮਾਂ ਦਾ ਇਸਤੇਮਾਲ ਕੀਤਾ। 1920 'ਚ ਅਫਰੀਕਾ ਗਏ ਅਤੇ 1924 'ਚ ਅਮਰੀਕਾ ਪਹੁੰਚਣ 'ਚ ਕਾਮਯਾਬ ਰਹੇ। ਅਮਰੀਕਾ 'ਚ ਊਧਮ ਸਿੰਘ ਨੇ ਗਦਰ ਪਾਰਟੀ ਨਾਲ ਵਧੀਆ ਸਬੰਧ ਬਣਾਏ ਅਤੇ ਪ੍ਰਵਾਸੀ ਭਾਰਤੀ ਸੰਘ ਦੀ ਸਥਾਪਨਾ 'ਚ ਮਦਦ ਕੀਤੀ। 1927 'ਚ ਉਹ 2 ਦਰਜਨ ਤੋਂ ਵੱਧ ਸਹਿਯੋਗੀਆਂ ਅਤੇ ਹਥਿਆਰਾਂ ਦੇ ਜ਼ਖੀਰੇ ਨਾਲ ਭਾਰਤ ਪਰਤੇ। ਕੁਝ ਹੀ ਸਮੇਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਆਰਮਜ਼ ਐਕਟ ਦੇ ਤਹਿਤ 5 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਅਕਤੂਬਰ 1931 ਵਿੱਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਊਧਮ ਸਿੰਘ ਨੇ ਕੁਝ ਸਮੇਂ ਲਈ ਆਪਣੇ ਆਪ ਨੂੰ ਸੁਰਖੀਆਂ ਤੋਂ ਭਰੇ ਰੱਖਿਆ। ਥੋੜੇ ਸਮੇਂ ਲਈ ਉਹਨਾਂ ਨੇ ਫਿਰ ਤੋਂ ਭੂਮੀਗਤ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੇ ਨਾਲ ਹੀ ਬ੍ਰਿਟੇਨ ਪਹੁੰਚਣ ਦੇ ਤਰੀਕਿਆਂ ਦਾ ਪਤਾ ਲਗਾਇਆ। ਪੁਲਿਸ ਉਹਨਾਂ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਊਧਮ ਸਿੰਘ 1934 ਵਿੱਚ ਲੰਦਨ ਪਹੁੰਚਣ 'ਚ ਸਫਲ ਹੋ ਗਏ। ਉਹ ਪੂਰਬੀ ਲੰਦਨ ਦੇ ਇੱਕ ਘਰ ਵਿੱਚ ਰਹੇ ਅਤੇ ਭਾਰਤੀ ਕਾਮਿਆਂ ਲਈ ਕੰਮ ਕਰਨ ਵਾਲੇ ਇੱਕ ਸਮਾਜਵਾਦੀ ਸੰਗਠਨ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ ਇੱਕ ਰਿਵਾਲਵਰ ਅਤੇ ਗੋਲਾ ਬਾਰੂਦ ਖਰੀਦਿਆ ਅਤੇ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗੇ। 13 ਮਾਰਚ 1940 ਨੂੰ ਕਿੰਗਸਟਨ ਹਾਲ ਵਿੱਚ ਸੈਂਟਰਲ ਏਸ਼ੀਅਨ ਸੁਸਾਇਟੀ ਅਤੇ ਈਸਟ ਇੰਡੀਆ ਐਸੋਸੀਏਸ਼ਨ ਦੀ ਬੈਠਕ ਹੋਣੀ ਸੀ। ਮਾਈਕਲ ਉਡਵਾਇਰ ਵੀ ਸੰਬੋਧਨ ਕਰਨ ਵਾਲਿਆਂ 'ਚ ਸ਼ਾਮਿਲ ਸਨ। ਊਧਮ ਸਿੰਘ ਨੂੰ ਆਪਣੇ ਇਰਾਦੇ ਪੂਰਾ ਕਰਨ ਦਾ ਸਹੀ ਸਮਾਂ ਮਿਲ ਗਿਆ ਸੀ। ਉਹਨਾਂ ਨੇ ਆਪਣੀ ਰਿਵਾਲਵਰ ਨੂੰ ਇੱਕ ਕਿਤਾਬ 'ਚ ਛੁਪਾ ਲਿਆ ਤੇ ਹਾਲ ਵਿੱਚ ਦਾਖਲ ਹੋ ਗਏ। ਉਹ ਇੱਕ ਦੀਵਾਰ ਦੇ ਕੋਲ ਖੜੇ ਰਹੇ। ਜਿਸ ਤਰ੍ਹਾਂ ਹੀ ਮੀਟਿੰਗ ਖਤਮ ਹੋਈ ਤਾਂ ਊਧਮ ਸਿੰਘ ਮੰਚ ਵੱਲ ਚਲੇ ਗਏ ਤੇ ਮਾਈਕਲ ਉਡਵਾਇਰ ਤੇ ਗੋਲੀ ਚਲਾ ਦਿੱਤੀ। ਮਾਈਕਲ ਉਡਵਾਇਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 2 ਹੋਰ ਬ੍ਰਿਟਿਸ਼ ਅਧਿਕਾਰੀ ਜ਼ਖਮੀ ਹੋ ਗਏ। ਊਧਮ ਸਿੰਘ ਨੇ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਹਨਾਂ ਨੂੰ ਫੌਰਨ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਜਲਦੀ ਹੀ ਦੋਸ਼ੀ ਕਰਾਰ ਦਿੱਤਾ ਗਿਆ ਤੇ ਮੌਤ ਦੀ ਸਜ਼ਾ ਸੁਣਾਈ ਗਈ। ਮੁਕੱਦਮੇ ਦੌਰਾਨ ਊਧਮ ਸਿੰਘ ਨੇ ਦਹਾੜ ਲਗਾ ਕੇ ਕਿਹਾ, माइकल उडवायर इसका हकदार था, वो असली अपराधी था। उसने मेरे लोगों को कुचला, इसलिए मैंने उसे कुचल दिया है। मैं 21 साल से बदला लेने की कोशिश कर रहा हूँ। मुझे खुशी है कि मैंने ये काम किया। मैं मौत से नहीं डरता, मैं अपने देश के लिए प्राण त्याग रहा हूँ। भारत में ब्रिटिश शासन से मैंने अपने लोगों को भूख से मरते देखा है। मैंने उनका विरोध किया, ये मेरा कर्तव्य था। मातृभूमि की खातिर मुझे मौत से बड़ा सम्मान और क्या दिया जा सकता है। ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ ਸੀ। ਅਸੀਂ ਇਸ ਮਹਾਨ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਨੂੰ ਸਲਾਮ ਕਰਦੇ ਹਾਂ। ਅਸੀਂ ਸੁਤੰਤਰਤਾ ਸੈਨਾਨੀ ਬਰਗੁੱਲਾ ਰਾਮਕ੍ਰਿਸ਼ਨ ਰਾਓ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 13 ਮਾਰਚ 1899 ਨੂੰ ਕਲਵਾਕੁਰਤੀ ਵਿੱਚ ਹੋਇਆ ਸੀ, ਜਿਹੜਾ ਹੁਣ ਤੇਲੰਗਾਨਾ ਵਿੱਚ ਹੈ। ਰਾਓ ਨੂੰ ਹੈਦਰਾਬਾਦ ਰਿਆਸਤ ਦੇ ਨਿਜ਼ਾਮ ਦੇ ਖਿਲਾਫ ਉਹਨਾਂ ਦੇ ਸੰਘਰਸ਼ ਲਈ ਜਾਣਿਆ ਜਾਂਦਾ ਹੈ। ਪੇਸ਼ੇ ਤੋਂ ਵਕੀਲ, ਰਾਓ ਨੇ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਰੂਪ 'ਚ ਹਿੱਸਾ ਲਿਆ ਅਤੇ ਭਾਰਤ ਛੱਡੋ ਅੰਦੋਲਨ ਨਾਲ ਜੁੜੇ। ਉਹਨਾਂ ਨੇ ਨਿਜ਼ਾਮ ਦੇ ਖਿਲਾਫ ਲੜਨ ਲਈ ਸਵਾਮੀ ਰਾਮਾਨੰਦ ਤੀਰਥ ਅਤੇ ਕਈ ਹੋਰ ਨੇਤਾਵਾਂ ਨਾਲ ਹੱਥ ਮਿਲਾਇਆ ਅਤੇ ਸੁਤੰਤਰ ਭਾਰਤ ਨਾਲ ਹੈਦਰਾਬਾਦ ਦੇ ਮਿਲਣ ਵਿੱਚ ਅਹਿਮ ਭੂਮਿਕਾ ਨਿਭਾਈ। 1952 'ਚ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ 'ਚ ਉਹ ਸ਼ਾਦਨਗਰ ਨਿਰਵਾਚਨ ਖੇਤਰ ਤੋਂ ਚੁਣੇ ਗਏ ਅਤੇ ਹੈਦਰਾਬਾਦ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ।
ਰਾਓ ਨੇ 1956 ਤੋਂ 1960 ਤੱਕ ਕੇਰਲ ਦੇ ਪਹਿਲੇ ਰਾਜਪਾਲ ਅਤੇ 1962 ਤੱਕ ਉੱਤਰ ਪ੍ਰਦੇਸ਼ ਦੇ ਰਾਜਪਾਲ ਦੇ ਤੌਰ ਤੇ ਕੰਮ ਕੀਤਾ। ਉਹ 14 ਸਤੰਬਰ 1967 ਨੂੰ ਆਪਣੇ ਦੇਹਾਂਤ ਤੱਕ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਰਹੇ। ਅਸੀਂ ਇਸ ਮਹਾਨ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ।